ਕੁਰਾਨ ਸ਼ਰੀਫ ਨੂੰ ਉਰਦੂ ਤੋਂ ਪੰਜਾਬੀ ਵਿੱਚ ਕਨਵਰਟ ਕਰਨ ਲੱਗਿਆ ਇੱਕ ਸ਼ਖਸ ਨੇ 18 ਸਾਲ ਲਗਾ ਦਿੱਤੇ। ਗੁਰਮੁਖੀ ਭਾਸ਼ਾ ਦਾ ਵੀ ਗੁਰਮੁਖੀ ਭਾਸ਼ਾ ਕਿਤੇ ਗਲਤ ਨਾ ਲਿਖਣਾ, ਕਿਤੇ ਕੰਨਾ ਬਿੰਦੀ ਦਲੈਂਕੜ, ਕਿਉਂਕਿ ਪੰਜਾਬੀ ਭਾਸ਼ਾ ਨੂੰ ਵੀ ਲਿਖਣ ਵਾਸਤੇ ਕਿਤੇ ਨਾ ਕਿਤੇ ਗਲਤੀ ਹੋ ਜਾਂਦੀ ਹੈ। ਉਹ ਖਿੱਚ ਗਏ ਸੀ ਵੀ ਇੰਨੇ ਪ੍ਰੂਫ ਤਾਂ ਅਸੀਂ ਅੱਜ ਜੰਮ ਕੇ ਅੱਜ ਤਾਈਂ ਕਦੇ ਨਹੀਂ ਦਿਖਾਏ। 5 ਪ੍ਰੂਫ ਦਿਖਾਏ ਉਹਨਾਂ ਨੇ, ਕਹਿੰਦੇ 3 ਪ੍ਰੂਫਾਂ ਤੇ ਬਾਅਦ ਤਾਂ ਅਸੀਂ ਆਪਣੇ ਬਾਪ ਨੂੰ ਵੀ ਨਕਾਰ ਦਿੰਦੇ ਆ, 3 ਪ੍ਰੂਫ ਤੇ ਬਾਅਦ ਨਹੀਂ ਅਸੀਂ ਕਿਸੇ ਨੂੰ ਦਿਖਾਉਂਦੇ। ਮੈਂ ਇਹਦੇ 'ਚ ਇੱਕ ਬਿੰਦੀ ਦੀ ਵੀ ਗਲਤੀ ਨਹੀਂ ਰਹਿਣ ਦੇਣਾ ਚਾਹੁੰਦਾ। ਟਿੱਪੀ ਕੰਨਾ ਇਹ ਤਾਂ ਬਾਅਦ ਦੀਆਂ ਚੀਜ਼ਾਂ ਹਨ। ਮੈਂ ਬੇਸਿਕਲੀ ਪੰਜਾਬੀ ਹਾਂ, ਤਾਂ ਪੰਜਾਬੀ ਦਾ ਮੇਰੀ ਮਾਂ ਬੋਲੀ ਹੈ, ਇਹਦੇ 'ਚ ਤਾਂ ਕੋਈ ਸ਼ੱਕ ਹੀ ਨਹੀਂ ਹੈ। ਜਪਜੀ ਸਾਹਿਬ ਦਾ ਵੀ ਜ਼ਿਕਰ ਕਰਦੇ ਸੀ, ਕੀ ਸਿੱਖ ਮਿਲਦੀ ਹੈ ਜਪਜੀ ਸਾਹਿਬ ਜੇ ਤੁਸੀਂ ਪੜ੍ਹਨੇ ਹੋ ਤਾਂ? ਜਾਪ ਸਾਹਿਬ ਤੇ ਜਪਜੀ ਸਾਹਿਬ ਮੈਂ ਸਮਝਦਾ ਹਾਂ ਕਿ ਸਿੱਖ ਫਲਸਫੇ ਦੀ ਆਤਮਾ ਨੂੰ ਬਿਆਨ ਕਰਦੇ ਹਨ। ਬੁਨਿਆਦ ਜਿਹੜੀ ਹੈ ਤੌਹੀਦ ਪਰ ਹੈ, ਇੱਕ ਖੁਦਾ ਦੀ ਬੰਦਗੀ, ਇੱਕ ਖੁਦਾ ਹੈ, ਇੱਕੋ ਹੀ ਉਹਦੀ ਮਖਲੂਕ ਹੈ, ਇੱਕ ਪਿਤਾ ਇੱਕਸ ਕੇ ਹਮ ਬਾਰਿਕ। ਸ਼ਬਦ ਦੀ ਸਮਝ ਨਹੀਂ ਆ ਰਹੀ, ਕਿਸ ਨੇ ਹੈਲਪ ਕੀਤੀ ਹੋਵੇ ਜਾਂ ਤੁਸੀਂ ਕਿਤੇ ਫਸ ਗਏ ਹੋ ਵੀ ਜੇ ਤੁਸੀਂ ਕਿਸੇ ਨੂੰ ਪੁੱਛਿਆ ਹੋਵੇ ਵੀ ਹੁਣ ਇਸ ਤੋਂ ਬਾਅਦ ਕੀ ਹੋਊਗਾ? ਭਾਜੀ ਐਸਾ ਤਿੱਖਾ ਸਵਾਲ ਤੁਸੀਂ ਕੀਤਾ ਹੈ। ਫਸਿਆ ਇੱਕ ਵਾਰ ਨਹੀਂ ਫਸਿਆ, ਇੱਕ ਤੇ ਵੱਧ ਵਾਰ ਫਸਿਆ। ਹਿੰਦੂ ਭਰਾ ਨੇ, ਕੁਝ ਮੁਸਲਮ ਭਰਾ ਨੇ, ਕੁਝ ਸਿੱਖ ਭਰਾ ਨੇ ਤੁਹਾਡੀ ਮਦਦ ਕੀਤੀ ਗੁਰਮੁਖੀ ਲਿਪੀ 'ਚ ਕੁਰਾਨ ਸ਼ਰੀਫ ਲਿਖਣ ਲਈ। ਬਿਲਕੁਲ ਹਾਂ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਸਾਰੇ ਦੋਸਤਾਂ ਦਾ ਮੈਂ ਧੰਨਵਾਦੀ ਹਾਂ, ਮੈਂ ਰਿਣੀ ਹਾਂ। ਕੁਰਾਨ ਸ਼ਰੀਫ ਨੂੰ ਉਰਦੂ ਤੋਂ ਪੰਜਾਬੀ ਵਿੱਚ ਕਨਵਰਟ ਕਰਨ ਲੱਗਿਆ ਇੱਕ ਸ਼ਖਸ ਨੇ 18 ਸਾਲ ਲਗਾ ਦਿੱਤੇ। 18 ਸਾਲ ਪਰਿਵਾਰ ਦੀ ਜ਼ਿੰਮੇਵਾਰੀ ਵੀ ਹੈਗੀ ਸੀ, ਨਾ ਸ਼ਬਦ ਦਾ ਵੀ ਖਿਆਲ ਰੱਖਿਆ ਗਿਆ ਵੀ ਟਿੱਪੀ ਕੰਨਾ ਬਿੰਦੀ ਦੇ ਕਿਤੇ ਗਲਤੀ ਨਾ ਹੋ ਜਾਵੇ। ਸ਼ਖਸ ਨੇ ਬਖੂਬੀ ਤਰੀਕੇ ਦੇ ਨਾਲ ਕੁਰਾਨ ਸ਼ਰੀਫ ਨੂੰ ਉਰਦੂ ਤੋਂ ਪੰਜਾਬੀ ਦੇ ਵਿੱਚ ਕਨਵਰਟ ਕਰਤਾ। ਸੰਨ 1980 ਦੀ ਗੱਲ ਹੈ। 1980 ਤੋਂ ਬਾਅਦ 1998 97-98 ਦੇ ਆਸ-ਪਾਸ ਕੁਰਾਨ ਸ਼ਰੀਫ ਪ੍ਰਿੰਟ ਹੋ ਕੇ ਮਾਰਕੀਟ ਵਿੱਚ ਆ ਜਾਂਦਾ, ਪਰ ਨਾਮ ਇਹਨਾਂ ਦਾ ਕਿਤੇ ਵੀ ਅੱਜ ਲਿਆ ਜਾਂਦਾ ਤਾਂ ਬਹੁਤ ਇੱਜ਼ਤ ਨਾਲ ਲਿਆ ਜਾਂਦਾ, ਪਰ ਕੁਝ ਲੋਕਾਂ ਨੂੰ ਉਸ ਨਾਮ ਦਾ ਪਤਾ ਵੀ ਨਹੀਂ ਵੀ ਉਹ ਸ਼ਖਸ ਕੌਣ ਨੇ ਜਿਨ੍ਹਾਂ ਨੇ ਉਰਦੂ ਤੋਂ ਪੰਜਾਬੀ ਦੇ ਵਿੱਚ ਕੁਰਾਨ ਸ਼ਰੀਫ ਕੀਤੀ ਹੈ। ਸਾਡੇ ਨਾਲ ਮੌਜੂਦ ਨੇ ਇਸ ਸਮੇਂ ਰਮਜ਼ਾਨ ਸਈਦ। ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ। ਮਾਸਟਰ ਰਹਿ ਚੁੱਕੇ ਨੇ, ਟੀਚਰ ਨੇ, ਰਿਟਾਇਰ ਹੋ ਚੁੱਕੇ ਨੇ। ਹੁਣ ਕਹਿੰਦੇ ਨੇ ਕਿ ਟਿੱਪੀ ਦੇ ਕੰਨੇ ਨਾਲ ਸਖਤ ਨਫ਼ਰਤ ਇਹਨਾਂ ਨੂੰ। ਸ਼ਹਿਰ ਦਾ ਨਾਮ ਕੀ ਹੈ, ਮਾਲੇਰ ਕੋਟਲਾ ਕਿ ਮਲੇਰ ਕੋਟਲਾ, ਤੁਹਾਨੂੰ ਖੁਦ ਦੱਸਣਗੇ। ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ। ਮਾਸਟਰ ਅਸਲਾਮ ਵਾਲੇਕਮ। ਵਾਲੇਕੁਮ ਅਸਲਾਮ ਹਜ਼ੂਰ, ਵਾਲੇਕੁਮ ਸਲਾਮ। ਪਹਿਲਾਂ ਮੇਰਾ ਸਵਾਲ ਇਹ ਹੈ ਕਿ ਤੁਹਾਨੂੰ ਟਿੱਪੀ ਦੇ ਕੰਨੇ ਨਾਲ ਤੁਹਾਡੀ ਬਣਦੀ ਨਹੀਂ ਛੇਤੀ। ਪਹਿਲਾਂ ਤਾਂ ਮੈਨੂੰ ਇਹ ਦੱਸੋ ਸ਼ਹਿਰ ਦਾ ਪੂਰਾ ਨਾਮ ਕੀ ਹੈ, ਕਿਤੇ ਗਲਤ ਲਿਖਿਆ ਜਾਂਦਾ ਅੱਜ? ਟਿੱਪੀ ਦੇ ਕੰਨੇ ਨਾਲ ਬਣਨ ਔਰ ਨਾ ਬਣਨ ਵਾਲੀ ਗੱਲ ਨਹੀਂ। ਜਿੱਥੇ ਟਿੱਪੀ ਦੀ ਲੋੜ ਨਹੀਂ ਹੈ ਉੱਥੇ ਟਿੱਪੀ ਆ ਜਾਵੇ, ਜਿੱਥੇ ਕੰਨੇ ਦੀ ਲੋੜ ਨਹੀਂ ਹੈ ਉੱਥੇ ਕੰਨਾ ਆਵੇ, ਤਾਂ ਇਹਦੇ ਨਾਲ ਮੈਨੂੰ ਸਹਿਮਤੀ ਨਹੀਂ ਹੈ। ਮੈਂ ਇਹਦੇ ਵਿਰੁੱਧ ਹਾਂ। ਅਤੇ ਮਲੇਰਕੋਟਲੇ ਦੀ ਤੁਸੀਂ ਗੱਲ ਕੀਤੀ ਹੈ। ਮਲੇਰਕੋਟਲਾ ਤਾਂ ਕਦੀਮੀ ਸ਼ਹਿਰ ਹੈ। ਗੁਰੂ ਨਾਨਕ ਦੇਵ ਜੀ ਦੀ ਆਗਮਨ ਤੋਂ 35 ਸਾਲ ਪਹਿਲਾਂ ਇਹ ਜਿਸ ਬਜ਼ੁਰਗ ਨੇ ਇੱਥੇ ਇਸ ਸ਼ਹਿਰ ਦੀ ਨੀਂਹ ਰੱਖੀ, ਉਹਨਾਂ ਨੇ ਜਿਸ ਥਾਂ ਨੂੰ ਚੁਣਿਆ ਉਹ ਥਾਂ ਦੇ ਨਾਂ ਨਾਲ ਜੁੜਦਾ ਸੀ ਮਲਹੇਰਗੜ੍ਹ। ਇਹ ਉਹ ਤੋਂ ਬਣਿਆ ਮਲੇਰ ਤੋਂ ਮਲੇਰ ਹੈ, ਬਗੈਰ ਕੰਨੇ ਤੇ ਹੈ, ਇਸ ਕਰਕੇ ਜਨਾਬ ਇਹ ਮਲੇਰ ਹੈ। ਕੋਟਲਾ ਇਹਦੇ ਨਾਲ ਬਾਅਦ 'ਚ ਜੁੜਿਆ, ਇਹ ਮਲੇਰ ਕੋਟਲਾ ਸ਼ਬਦ ਹੈ। ਇਹ ਸਹੀ ਇਹਦਾ ਪ੍ਰੋਨਾਂਸੀਏਸ਼ਨ ਮਲੇਰ ਕੋਟਲਾ ਹੈ। ਮੰਮੇ ਤੇ ਮਗਰੋਂ ਕੰਨਾ ਨਹੀਂ ਲੱਗਦਾ। ਅੱਛਾ, ਕਈ ਜਗ੍ਹਾ ਤੇ ਕੰਨਾ ਲੱਗਦਾ ਵੀ, ਆਪਾਂ ਦੇਖਦੇ ਹਾਂ ਵੀ ਮਾਲੇਰ ਕੋਟਲਾ ਵੀ ਬਣ ਜਾਂਦਾ। ਉਹ ਤਾਂ ਹਜ਼ੂਰ ਜਦੋਂ ਅੰਗਰੇਜ਼ ਇੱਥੇ ਆਏ ਔਰ ਉਰਦੂ ਦਾ ਚਲਨ ਹੋਇਆ, ਇਹ ਅੰਗਰੇਜ਼ਾਂ ਦੀ ਆਉਣ ਪਰ ਉਰਦੂ ਜ਼ਬਾਨ ਜਿਹੜੀ ਹੈ ਜ਼ਿਆਦਾ ਪ੍ਰਫੁੱਲਤ ਹੋਈ। ਉਹਨਾਂ ਨੇ ਆਪਣੀ ਲਿੰਕ ਲੈਂਗੁਏਜ ਜਿਹੜੀ ਹੈ ਉਰਦੂ ਬਣਾਈ ਸੀ, ਸਾਰੇ ਦੇਸ਼ 'ਚ ਉਰਦੂ। ਤਾਂ ਉਦੋਂ ਇਹ ਉਹ ਉਰਦੂ ਵਾਲੇ ਜ਼ਰਾ ਨਾਜ਼ੁਕ ਮਿਜ਼ਾਜ ਹੁੰਦੇ ਹੈ ਥੋੜ੍ਹੇ ਜਿਹੇ, ਉਹਨਾਂ ਨੇ ਇਹਨੂੰ ਮਾਲੇਰ ਕੋਟਲਾ ਬਣਾ, ਨਹੀਂ ਮਲੇਰ ਕੋਟਲਾ ਸੀ, ਇਹ ਮਲੇਰ ਕੋਟਲਾ ਹੈ। ਉਹਨਾਂ ਨੇ ਬਣਾਤਾ ਮਾਲੇਰ ਕੋਟਲਾ। ਉਹ ਅੰਗਰੇਜ਼ ਵੀ ਐਮ ਤੇ ਬਾਅਦ ਇਹ ਪਾ ਕੇ ਮਾਲੇਰ ਕੋਟਲਾ ਲਿਖਦੇ ਸੀ, ਜਦੋਂ ਕਿ ਅਸਲ ਮਲੇਰ ਕੋਟਲਾ ਹੈ।
ਮਲਹੇਰ ਤੋਂ ਵਿਗੜ ਕੇ ਬਣਿਆ ਹੈ। ਅੱਛਾ, ਆਪਾਂ ਗੱਲ ਕਰੀਏ ਕੁਰਾਨ ਸ਼ਰੀਫ ਦੀ। ਜੀ 18 ਸਾਲ ਬਹੁਤ ਲੰਮਾ ਸਮਾਂ ਹੁੰਦਾ। 18 ਸਾਲ ਉਰਦੂ ਤੋਂ ਪੰਜਾਬੀ ਦੇ ਵਿੱਚ ਗੁਰਮੁਖੀ ਭਾਸ਼ਾ ਦੇ ਵਿੱਚ ਤੁਸੀਂ ਇਹ ਲਿਖੀ ਹੈ। ਇੰਨਾ ਲੰਮਾ ਸਮਾਂ ਕਾਹਤੋਂ ਲੱਗ ਗਿਆ? ਇਸ ਕਹਾਣੀ ਨੂੰ ਬਸ ਥੋੜ੍ਹੇ ਸ਼ਬਦਾਂ ਦੇ ਵਿੱਚ ਐ ਸਮੇਟਿਆ ਜਾ ਸਕਦਾ ਹੈ। ਇਨਸਾਨ ਦੇ ਕਈ ਰੂਪ ਹੁੰਦੇ ਹਨ। ਇੱਕ ਉਹਦਾ ਪਰਿਵਾਰਕ ਰੂਪ ਹੈ, ਇੱਕ ਉਹਦੀਆਂ ਵਿੱਤੀ ਲੋੜਾਂ ਹਨ, ਇੱਕ ਉਹਦੀ ਕੋਈ ਹੌਬੀਜ਼ ਹਨ, ਉਹਦੀਆਂ ਕੋਈ ਦਿਲਚਸਪੀਆਂ ਹਨ, ਅਤੇ ਸਾਰੀਆਂ ਚੀਜ਼ਾਂ ਰਲ ਮਿਲ ਕੇ ਇਹ 18 ਸਾਲ ਪਰ ਚਲੀਆਂ ਗਈਆਂ। ਅਗਰ ਇਹਨਾਂ 'ਚੋਂ ਸਿਰਫ ਇੱਕੋ ਹੀ ਹੁੰਦੀ, ਇਸ ਮੁਕੱਦਸ ਕਿਤਾਬ ਨੂੰ ਪੰਜਾਬੀ ਵਿੱਚ ਉਲੱਥਾ ਕਰਨਾ ਹੁੰਦਾ, ਤਾਂ ਸ਼ਾਇਦ ਇੰਨਾ ਸਮਾਂ ਨਾ ਲੱਗਦਾ। 18 ਸਾਲ ਦੇ ਵਿੱਚ ਕਿਤੇ ਤੁਹਾਨੂੰ ਕਿਸੇ ਨੇ ਕਿਹਾ ਵੀ ਹੁਣ ਤਾਂ ਜੀ ਬਹੁਤ ਟਾਈਮ ਹੋ ਗਿਆ, ਕੋਈ 5 ਸਾਲ 10 ਸਾਲ ਤੇ ਜਾ ਕੇ ਰੋਕ ਦਿੱਤਾ ਹੋਵੇ ਕਿਸੇ ਨੇ ਵੀ ਹੁਣ ਮਾਸਟਰ ਜੀ ਰਹਿਣ ਦਿਓ, ਹੁਣ ਤੁਸੀਂ ਹੁਣ ਤੁਹਾਡੇ ਵੱਸ ਦਾ ਕੰਮ ਨਹੀਂ ਹੈ ਵੀ ਬੰਦ ਕਰ ਦਿਓ ਇਹਨੂੰ, ਕਿ ਤੁਸੀਂ ਖਿਆਲ ਰੱਖਿਆ ਗੁਰਮੁਖੀ ਭਾਸ਼ਾ ਦਾ ਵੀ ਗੁਰਮੁਖੀ ਭਾਸ਼ਾ ਕਿਤੇ ਗਲਤ ਨਾ ਲਿਖਣਾ, ਕਿਤੇ ਕੰਨਾ ਬਿੰਦੀ ਦਲੈਂਕੜ, ਕਿਉਂਕਿ ਪੰਜਾਬੀ ਭਾਸ਼ਾ ਨੂੰ ਵੀ ਲਿਖਣ ਵਾਸਤੇ ਕਿਤੇ ਨਾ ਕਿਤੇ ਗਲਤੀ ਹੋ ਜਾਂਦੀ ਹੈ, ਸਾਡੇ ਕੋਲ ਵੀ ਕਿਤੇ ਨਾ ਕਿਤੇ ਗਲਤੀ ਹੋ ਜਾਂਦੀ ਹੈ। ਪ੍ਰਕਾਸ਼ ਕੰਪਿਊਟਰਸ ਪੁਰਾਣੀ ਕਚਹਿਰੀ ਰੋਡ ਜਲੰਧਰ ਪਰ ਇੱਕ ਵੱਡਾ ਅਦਾਰਾ ਹੈ ਜਿਹੜਾ ਕੰਪਿਊਟਰ ਟਾਈਪਿੰਗ ਕਰਦਾ ਸੀ, ਕੰਪੋਜ਼ ਉੱਥੋਂ ਕਰਾਇਆ ਸੀ ਮੈਟਰ। ਉਹ ਖਿੱਚ ਗਏ ਸੀ ਵੀ ਇੰਨੇ ਪ੍ਰੂਫ ਤਾਂ ਅਸੀਂ ਅੱਜ ਜੰਮ ਕੇ ਅੱਜ ਤਾਈਂ ਕਦੇ ਨਹੀਂ ਦਿਖਾਏ। 5 ਪ੍ਰੂਫ ਦਿਖਾਏ ਉਹਨਾਂ ਨੇ, ਕਹਿੰਦੇ 3 ਪ੍ਰੂਫਾਂ ਤੋਂ ਬਾਅਦ ਤਾਂ ਅਸੀਂ ਆਪਣੇ ਬਾਪ ਨੂੰ ਵੀ ਨਕਾਰ ਦਿੰਦੇ ਹਾਂ, 3 ਪ੍ਰੂਫ ਤੋਂ ਬਾਅਦ ਨਹੀਂ ਅਸੀਂ ਕਿਸੇ ਨੂੰ ਦਿਖਾਉਂਦੇ। ਮੈਂ ਕਿਹਾ ਇਹ ਮੁਕੱਦਸ ਰੱਬੀ ਕਿਤਾਬ ਹੈ, ਮੈਂ ਇਹਦੇ 'ਚ ਇੱਕ ਬਿੰਦੀ ਦੀ ਵੀ ਗਲਤੀ ਨਹੀਂ ਰਹਿਣ ਦੇਣਾ ਚਾਹੁੰਦਾ। ਟਿੱਪੀ ਕੰਨਾ ਇਹ ਤਾਂ ਬਾਅਦ ਦੀਆਂ ਚੀਜ਼ਾਂ ਹਨ, ਅਤੇ ਇਸ ਕਰਕੇ ਮੈਨੂੰ ਇਹਦੇ 'ਚ ਦਿਲਚਸਪੀ ਰਹੀ। ਠੀਕ ਠਾਕ ਆਵੇ ਕਿਤਾਬ ਇਹਦਾ ਜਿਹੜਾ ਖਰੜਾ ਹੈ ਇਹਦੇ 'ਚ ਕੋਈ ਕਮੀ ਨਾ ਰਹੇ, ਤਾਂ ਕਿ ਜਿਹੜੇ ਪਾਠਕ ਹਨ ਉਹ ਕੱਲ੍ਹ ਨੂੰ ਕੋਈ ਇੱਦਾਂ ਦਾ ਇਤਰਾਜ਼ ਵਗੈਰਾ ਨਾ ਕਰਨ ਵੀ ਇਹਦੇ 'ਚ ਵਰਤੀ ਗਈ ਜਿਹੜੀ ਭਾਸ਼ਾ ਹੈ ਉਹਦਾ ਇਮਲਾ ਵਗੈਰਾ ਹੈ, ਉਹਦੇ ਅੱਖਰਾਂ 'ਚ, ਉਹਦੇ ਬਿੰਦੀਆਂ ਟਿੱਪੀਆਂ 'ਚ, ਲਗਾ ਮਾਤਰਾ 'ਚ ਕੋਈ ਕਮੀ ਕਮਜ਼ੋਰੀ ਹੈ। ਤੁਸੀਂ ਕਿਹੜੀ ਭਾਸ਼ਾ ਤੁਹਾਨੂੰ ਗਿਆਨ ਹੈ, ਕਿਹੜੀ ਭਾਸ਼ਾ ਲਿਖ ਲੈਂਦੇ ਹੋ ਜਾਂ ਪੜ੍ਹ ਵੀ ਲੈਂਦੇ ਹੋ? ਹਾਂਜੀ, ਬਸ ਥੋੜ੍ਹਾ ਬਹੁਤ ਗਿਆਨ ਹੈ। ਮੈਂ ਬੇਸਿਕਲੀ ਪੰਜਾਬੀ ਹਾਂ, ਤਾਂ ਪੰਜਾਬੀ ਤਾਂ ਮੇਰੀ ਮਾਂ ਬੋਲੀ ਹੈ, ਇਹਦੇ 'ਚ ਤਾਂ ਕੋਈ ਸ਼ੱਕ ਹੀ ਨਹੀਂ ਹੈ। ਮੈਂ ਜੈਸੀ ਕੈਸੀ ਹੈ ਉਰਦੂ ਜਾਣਦਾ ਹਾਂ, ਹਿੰਦੀ ਜਾਣਦਾ ਹਾਂ, ਹਿੰਦੀ ਉਸਤਾਦਾਂ ਤੋਂ ਪੜ੍ਹੀ ਹੈ, ਇੰਗਲਿਸ਼ ਵੀ ਜਾਣਦਾ ਹਾਂ, ਕੁਛ ਅਰਬੀ ਸਿੱਖਣ ਦੀ ਵੀ ਕੋਸ਼ਿਸ਼ ਕੀਤੀ ਹੈ। ਇਸ ਵੇਲੇ ਸਮਝੋ ਵੀ ਮੈਂ 5 ਭਾਸ਼ਾਵਾਂ ਜੈਸੀਆਂ ਕੈਸੀਆਂ ਵੀ ਹੈ ਤੁਹਾਡੇ ਸਾਹਮਣੇ ਹੈ ਜਾਣਦਾ। ਤੁਸੀਂ ਹੁਣ ਜ਼ਿਕਰ ਕਰ ਰਹੇ ਸੀ ਤੁਸੀਂ ਜਪਜੀ ਸਾਹਿਬ ਤੇ ਉਹ ਵੀ ਤੁਸੀਂ ਪੜ੍ਹਿਆ, ਤਾਂ ਹੋਰ ਕਿਹੜੇ ਸਿੱਖਾਂ ਦੇ ਇਤਿਹਾਸ ਨੂੰ ਲੈ ਕੇ ਤੁਸੀਂ ਚੀਜ਼ਾਂ ਪੜ੍ਹੀਆਂ ਹੋਈਆਂ ਨੇ? ਤਵਾਰੀਖ ਗੁਰ ਖਾਲਸਾ ਗਿਆਨੀ ਗਿਆਨ ਸਿੰਘ ਦੀ ਕਿਤਾਬ ਹੈ, 3 ਭਾਗਾਂ 'ਚ ਹੈ, ਮੈਂ ਉਹ ਸਾਰੀ ਪੜ੍ਹੀ ਹੈ। ਉਹ ਮੈਨੂੰ ਲੱਗਦਾ ਹੈ ਵੀ ਬਹੁਤ ਘੱਟ ਲੋਕ ਪੜ੍ਹਦੇ ਹਨ। ਮੇਰੇ ਮਿੱਤਰਾਂ ਸੱਜਣਾਂ 'ਚੋਂ ਜ਼ਿਆਦਾ ਉਰਦੂ ਵਾਲੇ ਹਨ, ਪੰਜਾਬੀ ਵਾਲੇ ਘੱਟ ਹਨ। ਜਿਹੜੇ ਪੰਜਾਬੀ ਵਾਲੇ ਹਨ ਉਹਨਾਂ 'ਚੋਂ ਇੱਕ ਨੇ ਵੀ ਨਹੀਂ ਪੜ੍ਹੀ ਹੈ। ਮੈਂ ਉਹ 3 ਹੀ ਭਾਗ ਦੇਖੇ ਹਨ, ਤਵਾਰੀਖ ਗੁਰੂ ਖਾਲਸਾ ਗਿਆਨੀ ਗਿਆਨ ਸਿੰਘ ਜੀ ਦੀ, ਅਤੇ ਹੋਰ ਬਹੁਤ ਸਾਰੀਆਂ ਕਿਤਾਬਾਂ ਪੜ੍ਹੀਆਂ। ਗਿਆਨੀਕਰਨ ਕਰਕੇ ਤਾਂ ਸਿਲੇਬਸ ਹੀ ਇੰਨਾ ਟਫ ਸੀ, 30-32 ਕਿਤਾਬਾਂ ਪੰਜਾਬੀ ਯੂਨੀਵਰਸਿਟੀ ਨੇ ਲਾਈਆਂ ਸੀ, ਉਹ ਪੜ੍ਹੀਆਂ ਹਨ। ਜਦੋਂ ਗਾਈਡਾਂ ਦਾ ਰਿਵਾਜ ਨਹੀਂ ਸੀ, 30-35 ਸਾਲ ਪਹਿਲਾਂ ਗਾਈਡਾਂ ਪਰ ਪਾਸ ਨਹੀਂ ਹੁੰਦੇ ਸੀ, ਤਾਂ ਸਿਲੇਬਸ ਹੀ ਕਵਰ ਕਰਨਾ ਪੈਂਦਾ ਸੀ। ਉਂਝ ਪੜ੍ਹਨ ਲਿਖਣ ਦਾ ਸ਼ੌਕ ਸੀ। ਜੀਤ ਸਿੰਘ ਸੀਤਲ ਨੂੰ ਪੜ੍ਹਿਆ, ਫਿਰ ਹੋਰ ਬੰਦਿਆਂ ਨੂੰ ਜਸਵੰਤ ਸਿੰਘ ਕੰਵਲ ਨੂੰ ਪੜ੍ਹਿਆ, ਫਿਰ ਹੋਰ ਕਿਹਨਾਂ ਨੂੰ ਪੜ੍ਹਿਆ, ਸੁਰਜੀਤ ਪਾਤਰ ਦੀਆਂ ਗਜ਼ਲਾਂ ਪੜ੍ਹੀਆਂ। ਜਿਹੜੇ ਹੁਣ ਹਮਦਰਦ ਦੇ ਐਡੀਟਰ ਹਨ, ਹਮਦਰਦ ਜੀ, ਇਹਨਾਂ ਦੇ ਸਾਧੂ ਸਿੰਘ ਹਮਦਰਦ ਸੀ ਇਹਨਾਂ ਦੇ ਪਿਓ, ਬਹੁਤ ਵੱਡੇ ਵਿਦਵਾਨ ਸੀ, ਗਜ਼ਲਕਾਰ ਸੀ। ਸਭ ਤੋਂ ਪਹਿਲਾਂ ਪੰਜਾਬੀ ਗਜ਼ਲ ਪਰ PhD ਦਾ ਥੀਸਿਸ ਉਹਨਾਂ ਨੇ ਲਿਖਿਆ ਸੀ। ਮੈਂ ਉਹਨਾਂ ਦਾ ਥੀਸਿਸ ਪੜ੍ਹਿਆ, ਮੈਂ ਉਹਨਾਂ ਦੀਆਂ ਗਜ਼ਲਾਂ ਪੜ੍ਹੀਆਂ, ਉਹਨਾਂ ਦੇ ਗਜ਼ਲਾਂ ਦੇ ਮਜਮੂਏ ਪੜ੍ਹੇ। ਡਾਕਟਰ ਮੋਹਨ ਸਿੰਘ ਦੀਵਾਨਾ, ਉਹਨਾਂ ਦੀਆਂ ਗਜ਼ਲਾਂ ਪੜ੍ਹੀਆਂ। ਮੋਹਨ ਸਿੰਘ ਦੀਵਾਨਾ ਜੀ ਨੂੰ ਇੱਥੇ ਬੁਲਾਇਆ ਅਸੀਂ 'ਚ। ਕੁਰਾਨ ਸ਼ਰੀਫ ਦਾ ਇੱਕ ਪੋਰਸ਼ਨ ਅਸੀਂ ਛਪਾਇਆ ਸੀ, ਪਹਿਲਾਂ ਹੀ 80 'ਚ ਹੀ ਛਪਾ ਲਿਆ ਸੀ। ਉਹਦੀ ਰਿਲੀਜ਼ਿੰਗ ਡਾਕਟਰ ਮੋਹਨ ਸਿੰਘ ਦੀਵਾਨਾ ਨੇ ਕੀਤੀ। ਮੋਹਨ ਸਿੰਘ ਦੀਵਾਨਾ ਬਾਰੇ ਸਾਰਾ ਪੰਜਾਬੀ ਜਗਤ ਜਾਣਦਾ ਹੈ ਵੀ 1912 ਜਾਂ 14 ਦਾ PhD ਸੀ। ਸ਼ਾਇਦ ਉਸ ਵੇਲੇ PhD ਦਾ ਰਿਵਾਜ ਨਹੀਂ ਸੀ, ਕੋਈ ਕਰਦਾ ਨਹੀਂ ਸੀ। ਕਲਕੱਤਾ ਯੂਨੀਵਰਸਿਟੀ ਤੋਂ ਕੀਤੀ, ਉਹਨਾਂ ਨੂੰ ਪੜ੍ਹਿਆ, ਹੋਰ ਲੋਕਾਂ ਨੂੰ ਪੜ੍ਹਨ ਦਾ ਮੌਕਾ ਨਹੀਂ। ਅੱਛਾ, ਹੁਣ ਜਿਵੇਂ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਕੋਈ ਬਿੰਦੀ ਦੀ ਵੀ ਗਲਤੀ ਨਾ ਹੋਵੇ, ਇਸ ਲਈ ਤੁਸੀਂ 18 ਸਾਲ ਲਗਾ ਦਿੱਤੇ ਕਰਾਉਣ। ਕੋਸ਼ਿਸ਼ ਕੀਤੀ ਹੈ, ਹੋ ਸਕਦਾ ਹੈ ਇਨਸਾਨ ਹੈ, ਕੋਈ ਗਲਤੀ ਕੋਸ਼ਿਸ਼ ਕੀਤੀ ਹੈ ਵੀ ਕੋਈ ਬਿੰਦੀ ਟਿੱਪੀ ਦੀ ਕੋਈ ਇੱਦਾਂ ਦੀ ਕੋਈ ਗਲਤੀ ਨਾ ਹੋਵੇ। ਇਤਿਹਾਸਕ ਪੱਖੋਂ ਕਿਹੜੀ ਕਿਤਾਬ ਪੜ੍ਹੀ ਹੈ? ਜੇ ਪੰਜਾਬ ਦੀ ਗੱਲ ਕਰੀਏ ਜਾਂ ਸਿੱਖਾਂ ਦੀ ਗੱਲ ਕਰੀਏ, ਸਿੱਖਾਂ ਦੇ ਕਿਹੜੇ ਤੁਸੀਂ
ਗੁਟਕਾ ਸਾਹਿਬ ਦੀ ਜ਼ਿਕਰ ਕਰ ਰਹੇ ਸੀ, ਜਪਜੀ ਸਾਹਿਬ ਦਾ ਵੀ ਜ਼ਿਕਰ ਕਰ ਰਹੇ ਸੀ। ਕੀ ਸਿੱਖ ਮਿਲਦੀ ਹੈ ਜਪਜੀ ਸਾਹਿਬ ਹੀ ਜੇ ਤੁਸੀਂ ਪੜ੍ਹਨੇ ਹੋ ਤਾਂ? ਹਾਂਜੀ, ਜਾਪ ਸਾਹਿਬ ਤੇ ਜਪਜੀ ਸਾਹਿਬ ਮੈਂ ਸਮਝਦਾ ਹਾਂ ਕਿ ਸਿੱਖ ਫਲਸਫੇ ਦੀ ਆਤਮਾ ਨੂੰ ਬਿਆਨ ਕਰਦੇ ਹਨ। ਮੇਰੀ ਮਾਲੂਮਾਤ ਦੀ ਹੱਦ ਤੱਕ ਜਿਹੜਾ ਸਿੱਖ ਫਲਸਫਾ ਹੈ ਉਹਦੀ ਬੁਨਿਆਦ ਇੱਕ ਖੁਦਾ ਦੀ ਬੰਦਗੀ ਪਰ ਹੈ। ਜਿਹੜਾ ਮੂਲ ਮੰਤਰ ਦਾ ਆਰੰਭ ਹੁੰਦਾ ਹੈ ਉਹ ਏਕ ਓਂਕਾਰ ਤੋਂ ਹੁੰਦਾ ਹੈ। ਤਾਂ ਮੈਂ ਸਮਝਦਾ ਹੈ ਸਾਰੀ ਮੈਂ ਖਵਾਜਾ ਦਿਲ ਮੁਹੰਮਦ ਦੀ ਅਨੁਵਾਦ ਕੀਤੀ ਹੋਈ ਜਪਜੀ ਸਾਹਿਬ ਤੇ ਜਾਪ ਸਾਹਿਬ ਵੀ ਪੜ੍ਹੀ ਹੈ, ਔਰ ਜੀਤ ਸਿੰਘ ਸੀਤਲ ਨੇ ਪੰਜਾਬੀ ਯੂਨੀਵਰਸਿਟੀ ਤੋਂ ਛਾਪੀ ਹੈ ਜਪਜੀ ਸਾਹਿਬ ਜਾਪ ਸਾਹਿਬ, ਉਹ ਨਸਰ 'ਚ ਹੈ, ਉੱਦਾਂ ਹੀ ਹੈ, ਉਹ ਵੀ ਮੈਂ ਦੇਖੀ ਹੈ। ਤੇ ਮੈਂ ਮਹਿਸੂਸ ਕਰਦਾ ਹਾਂ ਵੀ ਬੁਨਿਆਦ ਜਿਹੜੀ ਹੈ ਤੌਹੀਦ ਪਰ ਹੈ। ਇੱਕ ਖੁਦਾ ਦੀ ਬੰਦਗੀ, ਇੱਕ ਖੁਦਾ ਹੈ, ਇੱਕੋ ਹੀ ਉਹਦੀ ਮਖਲੂਕ ਹੈ, ਇੱਕ ਪਿਤਾ ਏਕਸ ਕੇ ਹਮ ਬਾਰਿਕ। ਤੇ ਸਿੱਖ ਫਲਸਫੇ ਦੀ ਬੁਨਿਆਦ ਇਹੀ ਹੈ। ਇਹੀ ਸਾਰੇ ਨਬੀਆਂ ਦੀ ਸਿੱਖਿਆ ਵੀ ਇਹੀ ਹੈ। ਖਾਸ ਕਰਕੇ ਹਜ਼ਰਤ ਮੁਹੰਮਦ ਸਾਹਿਬ ਜਿਹੜੇ ਮੱਕੇ 'ਚ ਜਿਨ੍ਹਾਂ ਨੇ ਜਨਮ ਧਾਰਿਆ, ਉਹਨਾਂ ਦੀ ਸਿੱਖਿਆ ਦਾ ਤਾਂ ਸਭ ਕੁਝ ਇਹੀ ਹੈ, ਤੌਹੀਦ ਜਿਹਨੂੰ ਕਹਿੰਦੇ ਹਨ। ਕੌਣ ਕੁਰਾਨ ਸ਼ਰੀਫ ਲੈਣ ਆਉਂਦੇ ਨੇ ਜੀ? ਤੁਸੀਂ ਕਨਵਰਟ ਕਰਕੇ ਲਿਖੀ ਹੈ ਵੀ ਹੁਣ ਤਾਂ ਉਰਦੂ ਭਾਸ਼ਾ ਵੀ ਜਿਹੜੀ ਹੈਗੀ ਬਹੁਤ ਲੋਕ ਘੱਟ ਪੜ੍ਹਦੇ ਨੇ, ਕਿਉਂਕਿ ਉਰਦੂ ਉਹ ਭਾਸ਼ਾ ਹੈਗੀ ਆ ਜਿੱਥੇ ਕਹਿੰਦੇ ਵੀ ਹਰ ਇੱਕ ਚੀਜ਼ ਨੂੰ ਸੌਖੇ ਤਰੀਕੇ ਨਾਲ ਦੇਖਿਆ ਜਾ ਸਕਦਾ। ਅੱਜ ਤੱਕ ਉਰਦੂ ਵੀ ਬਹੁਤ ਜਿਹੜੀ ਨੌਜਵਾਨ ਪੀੜ੍ਹੀ ਆ, ਮਲੇਰਕੋਟਲੇ 'ਚ ਮੈਂ ਹੁਣ ਗੱਲ ਕਰਕੇ ਆਇਆ ਸੀ ਕਿ ਮਲੇਰਕੋਟਲੇ 'ਚ ਨੌਜਵਾਨ ਪੜ੍ਹਦੇ ਨੇ, PhD ਅੱਜ ਵੀ ਹੁੰਦੀ ਹੈ, ਅੱਜ ਵੀ ਮਲੇਰਕੋਟਲੇ ਕਾਲਜ ਜਾਂ ਸਕੂਲਾਂ ਦੇ ਵਿੱਚ ਉਰਦੂ ਭਾਸ਼ਾ ਪੜ੍ਹਾਈ ਜਾਂਦੀ ਹੈ। ਪੰਜਾਬ ਦੇ ਅਲੱਗ-ਅਲੱਗ ਜਗ੍ਹਾ 'ਤੇ ਵੀ ਸ਼ਾਇਦ ਕਿਤੇ ਹੋਏਗੀ ਕਿਤੇ ਨਹੀਂ ਹੋਏਗੀ। ਫਿਰ ਕੌਣ ਕੁਰਾਨ ਸ਼ਰੀਫ ਤੁਹਾਡੇ ਕੋਲ ਲੈਣ ਆਉਂਦੇ ਨੇ? ਕੋਈ ਸਿੱਖ, ਕੋਈ ਹਿੰਦੂ, ਮੁਸਲਮਾਨ ਤਾਂ ਚਲੋ ਲੈਣ ਆਉਂਦੇ ਹੀ ਹੋਣਗੇ। ਕਦੇ ਉਹਨਾਂ ਨੇ ਕਿਹਾ ਵੀ ਸਾਨੂੰ ਵੀ ਕੁਰਾਨ ਸ਼ਰੀਫ ਦਿਓ, ਅਸੀਂ ਵੀ ਇਸ ਨੂੰ ਪੜ੍ਹ ਕੇ ਸਮਝਣਾ ਚਾਹੁੰਦੇ ਹਾਂ? ਭਾਜੀ ਮੁਸਲਿਮ ਵੀਰਾਂ ਨੇ ਤਾਂ ਪੜ੍ਹਨਾ ਹੀ ਹੈ, ਉਹ ਤਾਂ ਕੋਈ ਗੱਲ ਹੀ ਨਹੀਂ ਹੈ, ਕਿਉਂਕਿ ਉਹ ਤਾਂ ਜਿਹੜਾ ਕਲਮਾ ਪੜ੍ਹਦੇ ਹਨ ਨਾ, ਲਾ ਇਲਾਹਾ ਇਲੱਲਾਹ ਮੁਹੰਮਦੁਰ ਰਸੂਲੁल्लाह, ਉਹ ਜਿਹੜਾ ਇਹ ਵਿਸ਼ਵਾਸ ਜਿਹਦਾ ਹੈ, ਇਹ ਧਾਰਨਾ ਹੈ, ਉਹ ਤਾਂ ਇਹ ਪੜ੍ਹੂਗਾ ਹੀ। ਹਿੰਦੂ, ਸਿੱਖ, ਦਲਿਤ, ਇੱਥੇ ਤੱਕ ਵੀ ਕੁਝ ਕ੍ਰਿਸਚੀਅਨ ਵੀ ਆਉਂਦੇ ਹਨ, ਕੋਈ ਠਿਕਾਣਾ ਹੀ ਨਹੀਂ ਹੈ। ਸ਼ਾਇਦ ਹੀ ਕੋਈ ਦਿਨ ਸਖਣਾ ਜਾਂਦਾ ਹੋਵੇ ਵੀ ਇੱਥੇ ਪਬਲੀਕੇਸ਼ਨ 'ਚ ਨਾ ਆਉਂਦਾ ਹੋਵੇ। 16 ਥਾਵਾਂ ਪਰ ਪੰਜਾਬ 'ਚ ਬੁੱਕ ਸਟਾਲ ਲਗਾਉਂਦੇ ਹਾਂ, PIP ਵੱਲੋਂ 16 ਥਾਵਾਂ ਪਰ ਬੁੱਕ ਸਟਾਲ ਲੱਗਦੇ ਹਨ। ਕੋਈ ਮਹੀਨਾ ਐਸਾ ਨਹੀਂ ਹੁੰਦਾ ਜਦੋਂ ਬੁੱਕ ਸਟਾਲ ਨਾ ਲੱਗਦਾ ਹੋਵੇ। ਤਿੰਨੋਂ ਯੂਨੀਵਰਸਿਟੀਆਂ 'ਚ ਬੁੱਕ ਸਟਾਲ ਲੱਗਦੇ ਹਨ। ਐਗਰੀਕਲਚਰ ਯੂਨੀਵਰਸਿਟੀ 'ਚ ਲੱਗਦਾ ਹੈ ਲੁਧਿਆਣੇ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਲੱਗਦਾ ਹੈ। ਤੁਹਾਡਾ ਮੇਲਾ ਪੰਜਾਬ ਯੂਨੀਵਰਸਿਟੀ 'ਚ ਹੀ ਹੋਇਆ ਸੀ ਢਿੱਲੋਂ ਸਾਹਿਬ ਨਾਲ, ਪੰਜਾਬੀ ਯੂਨੀਵਰਸਿਟੀ 'ਚ ਲੱਗਦਾ ਹੈ। ਇੱਕ ਵਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ ਵੀ ਜਾ ਚੁੱਕੇ ਹਾਂ। ਅਤੇ ਬਾਕੀ ਸਾਰੇ ਬਠਿੰਡਾ ਹੈ, ਮੁਕਤਸਰ ਹੈ, ਮੋਗਾ ਹੈ, ਕਪੂਰਥਲਾ ਹੈ, ਲੁਧਿਆਣਾ ਹੈ, ਪਟਿਆਲਾ ਦਾ ਸਾਡਾ ਘਰ ਹੈ, ਆਉਂਦੇ ਜਾਂਦੇ ਰਹੀਦਾ ਹੈ। ਅਤੇ ਬਹੁਤਾ ਕੁਰਾਨ ਮਜੀਦ ਦਾ ਜਿਹੜਾ ਸਟਾਕ ਹੈ ਆਪਣੇ ਜਿਹੜੇ ਇਹ ਹਿੰਦੂ ਸਿੱਖ ਭਰਾ ਹਨ ਉਹਨਾਂ 'ਚ ਜਾ ਰਿਹਾ ਹੈ। ਕੋਈ ਸਮੱਸਿਆ ਜਾਂ ਕੋਈ ਦਿੱਕਤ ਤਾਂ ਨਹੀਂ ਆਈ ਲਿਖਣ ਲੱਗਿਆ, ਪੰਜਾਬੀ ਕਨਵਰਟ ਕਰਨ ਲੱਗੇ? ਕਿਸੇ ਨੂੰ ਪੁੱਛਣਾ ਪੈ ਗਿਆ ਵੀ ਮੈਂ ਸਪੈਲਿੰਗ ਨਹੀਂ ਵੀ ਕੀ ਲਿਖਣੇ ਨੇ ਸਪੈਲਿੰਗ, ਜਾਂ ਕਦੇ ਕੋਈ ਸਮੱਸਿਆ ਆ ਗਈ ਹੋਵੇ ਪੰਜਾਬੀ ਲਿਖਣ ਲੱਗਿਆ, ਕਿਸੇ ਦੀ ਮਦਦ ਲਈ ਹੋਵੇ, ਜਾਂ ਮੈਂ ਵੀ ਇਸ ਚੀਜ਼ 'ਤੇ ਹੁਣ ਫਸ ਗਿਆ, ਉਰਦੂ ਤੋਂ ਮੈਨੂੰ ਪੰਜਾਬੀ ਵੀ ਸ਼ਬਦ ਦੀ ਸਮਝ ਨਹੀਂ ਆ ਰਹੀ, ਕਿਸੇ ਨੇ ਹੈਲਪ ਕੀਤੀ ਹੋਵੇ, ਜਾਂ ਤੁਸੀਂ ਕਿਤੇ ਫਸ ਗਏ ਹੋ ਵੀ ਜੇ ਤੁਸੀਂ ਕਿਸੇ ਨੂੰ ਪੁੱਛਿਆ ਹੋਵੇ ਵੀ ਹੁਣ ਇਸ ਤੋਂ ਬਾਅਦ ਕੀ ਹੋਊਗਾ? ਭਾਜੀ ਐਸਾ ਤਿੱਖਾ ਸਵਾਲ ਤੁਸੀਂ ਕੀਤਾ ਹੈ। ਫਸਿਆ ਇੱਕ ਵਾਰ ਨਹੀਂ ਫਸਿਆ, ਇੱਕ ਤੇ ਵੱਧ ਵਾਰ ਫਸਿਆ। ਮੇਰੀ ਜਿਹੜੀ ਸਹਾਇਤਾ ਹੈ ਸਭ ਤੋਂ ਪਹਿਲੀ ਉਹ 80 'ਚ ਪਹਿਲੇ ਸਾਲ ਦੀ ਗੱਲ ਹੈ। ਡਾਕਟਰ ਮੋਹਨ ਸਿੰਘ ਦੀਵਾਨਾ ਇੱਕ ਪਾਰਟ ਦੀ ਰਿਲੀਜ਼ਿੰਗ ਖਾਤਰ ਇੱਥੇ ਆਏ। ਉਹਨਾਂ ਨੇ ਇਹ ਦੇਖ ਕੇ, ਮੈਂ ਉਹਨਾਂ ਨਾਲ ਗੱਲਾਂ ਕੀਤੀਆਂ, ਸਿਆਣੇ ਬਜ਼ੁਰਗ ਸੀ, ਉਹਨਾਂ ਨੇ ਹੌਸਲਾ ਅਫਜ਼ਾਈ ਲਈ ਮੈਨੂੰ ਕਿਹਾ ਵੀ ਤੂੰ ਲਿਖਦਾ ਰਹਿ, ਬਸ ਇੰਨੀ ਕੋਸ਼ਿਸ਼ ਕਰੀ ਵੀ ਜਿਹੜੀ ਤੁਹਾਡੀ ਇੱਥੇ ਦੀ ਖੇਤਰੀ ਹੈ ਜ਼ੁਬਾਨ ਜਿਹੜੀ ਮਲਵਈ ਹੈ ਉਹਦਾ ਭਾਗ ਘੱਟ ਰੱਖ। ਤੂੰ ਜਿਹੜੀ ਕੇਂਦਰੀ ਪੰਜਾਬੀ ਹੈ ਨਾ, ਤੂੰ ਥੋੜ੍ਹਾ ਅਖਬਾਰ ਪੜ੍ਹਿਆ ਕਰ। ਉਹਨਾਂ ਦੇ ਕਹਿਣ ਪਰ ਮੈਂ ਅਖਬਾਰ, ਉਹਨਾਂ ਦੇ ਕਹਿਣ ਤੋਂ ਪਹਿਲਾਂ ਹੀ ਮੈਂ ਸ਼ੁਰੂ ਕਰ ਲਿਆ ਸੀ। ਕੌਮੀ ਦਰਦ ਅਖਬਾਰ ਸੀ, ਡੇਲੀ ਪੇਪਰ, ਅਜੀਤ ਵਗੈਰਾ ਉਹ ਛੋਟੇ ਛੋਟੇ ਅਖਬਾਰ ਸੀ। ਕੌਮੀ ਦਰਦ ਅੰਮ੍ਰਿਤਸਰ ਤੋਂ ਛਪਦਾ ਸੀ। ਸੰਤ ਫਤਿਹ ਸਿੰਘ ਇਹਦੇ ਆਨਰੇਰੀ ਐਡੀਟਰ ਹੁੰਦੇ ਸੀ, ਦੂਜੇ ਲੋਕੀ। ਅਤੇ ਉਹ ਮੋਹਨ ਸਿੰਘ ਦੀਵਾਨਾ ਜੀ ਨੇ ਮੈਨੂੰ ਕਿਹਾ ਵੀ ਆਪਣੀ ਖੇਤਰੀ ਜ਼ੁਬਾਨ ਪਰ ਜ਼ੋਰ ਘੱਟ ਦੇ, ਜਿਹੜੀ ਕੇਂਦਰੀ ਪੰਜਾਬੀ ਹੈ, ਜਿਹੜੀ ਲਾਹੌਰ, ਕਸੂਰ, ਅੰਮ੍ਰਿਤਸਰ, ਫਿਰੋਜ਼ਪੁਰਾ, ਇਹ ਨਾ ਬੋਲੀ ਜਾਂਦੀ ਹੈ। ਇਹ ਬੋਲੀ ਅਸਲ ਠੇਠ ਹੈ, ਸਾਡੀ ਜੜ ਬੁਨਿਆਦ ਇਹ ਹੈ, ਇਹਦੇ ਪਰ ਜ਼ੋਰ ਦੇ। ਉਹ ਦੂਜੇ ਨੰਬਰ ਪਰ ਮੇਰੀ ਸਹਾਇਤਾ ਕੀਤੀ ਖਾਲਿਦ ਹੁਸੈਨ, ਇੱਕ ਜੰਮੂ ਦੇ ਅਦੀਬ ਹਨ। ਉਹ ਇੱਥੇ ਜਲੰਧਰ
JK ਗਵਰਨਮੈਂਟ ਦਾ ਪਬਲਿਕ ਰਿਲੇਸ਼ਨ ਆਫਿਸ ਸੀ, ਉਹਦੇ ਇੰਚਾਰਜ ਬਣ ਕੇ ਆਏ ਸੀ। ਉਹ ਵੀ ਮੇਰੀ ਸਮੱਸਿਆ 'ਚ ਮੇਰੀ ਸਹਾਇਤਾ ਕਰਦੇ ਸੀ। ਇੱਕ ਵਾਰ ਮੈਂ ਖੁਦ ਉਹਨਾਂ ਕੋਲ ਗਿਆ, ਉਹ ADC ਬਣ ਕੇ ਫਰੀਦਾਬਾਦ ਚਲੇ ਗਏ ਸੀ। ਫਰੀਦਾਬਾਦ ਜੰਮੂ ਕਸ਼ਮੀਰ 'ਚ, ਇੱਕ ਤਾਂ ਫਰੀਦਾਬਾਦ ਨਹੀਂ ਹਰਿਆਣੇ ਵਾਲਾ ਨਹੀਂ, ਫਰੀਦਾਬਾਦ ਉਹਨੂੰ ਡੋਡਾ ਕਹਿੰਦੇ ਹਨ। ਉਹ ADC ਸੀ ਉੱਥੇ। ਮੈਂ ਉਹਨਾਂ ਕੋਲ ਗਿਆ, ਸ਼ਾਇਦ ਇਹ 94 ਦੀ ਗੱਲ ਹੈ। ਮੈਂ ਅਬ ਕੁਰਾਨ ਮਜੀਦ ਦਾ ਖੜਾ ਲੈ ਕੇ ਗਿਆ। ਕੁਰਾਨ ਮਜੀਦ ਦਾ ਇੱਕ ਚੈਪਟਰ ਹੈ, ਸੂਰਤ ਕਹਿੰਦੇ ਹਨ ਉਹਨੂੰ, ਉਹਦਾ ਨਾਮ ਹੈ ਯੂਸੁਫ। ਸੂਰਤ ਦਾ ਨਾਮ ਹੈ ਯੂਸੁਫ। ਇਹ ਉਹੀ ਹੈ ਜਿਹਦੇ ਪਰ ਯੂਸੁਫ ਜ਼ੁਲੈਖਾ ਦੇ ਕਿੱਸੇ ਵਗੈਰਾ ਬਣੇ ਹਨ। ਮੈਂ ਉਹ ਲੈ ਕੇ ਗਿਆ, ਉਹਨਾਂ ਨੂੰ ਦਿਖਾਈ। ਉਹਨਾਂ ਨੇ ਮੈਨੂੰ ਕੁਝ ਨਸੀਹਤਾਂ ਕੀਤੀਆਂ। ਇੱਕ ਨਸੀਹਤ ਇਹ ਸੀ, ਮੈਨੂੰ ਉਹ ਕਹਿੰਦੇ, ਰਮਜ਼ਾਨ ਸਈਦ, ਇੱਕ ਸ਼ਬਦ ਦਾ ਆਲਟਰਨੇਟ ਪੰਜਾਬੀ ਵਿੱਚ ਇੱਕੋ ਹੀ ਨਾ ਵਰਤੀ ਕਦੇ ਵੀ। ਵੱਖ-ਵੱਖ ਥਾਵਾਂ ਪਰ ਜਿਹੜਾ ਉਸ ਸੈਂਸ ਨਾਲ ਮੇਲ ਖਾਣ ਵਾਲਾ ਸ਼ਬਦ ਹੈ, ਉਹਦਾ ਆਲਟਰਨੇਟ ਉਹ ਵੱਖ-ਵੱਖ ਵਰਤੇ। ਇਹਦੇ 'ਚ ਸੁਹੱਪਣ ਹੈ, ਖੂਬਸੂਰਤੀ ਹੈ। ਮੈਨੂੰ ਹੁਣ ਤੱਕ ਉਹਨਾਂ ਦੀ ਗੱਲ ਯਾਦ ਹੈ। ਇਹ ਦੋ ਬੰਦਿਆਂ ਨੇ ਤਾਂ ਮੈਨੂੰ, ਸ਼ਮਸ਼ੇਰ ਸਿੰਘ ਅਸ਼ੋਕ, ਤੁਸੀਂ ਨਾਂ ਸੁਣਿਆ ਹੋਊਗਾ, ਬਹੁਤ ਵੱਡਾ ਨਾਂ ਹੈ ਸਿੱਖ ਇਤਿਹਾਸ ਦਾ ਵੀ ਔਰ ਪੰਜਾਬੀ ਲਿਟਰੇਚਰ ਦਾ ਵੀ। ਉਹ ਮੇਰੇ ਆਪਣੇ ਇਲਾਕੇ ਦੇ ਸੀ, ਇੱਥੇ ਪਿੰਡ ਦੇ ਸੀ। ਉਹ ਬਾਅਦ ਦੇ ਵਿੱਚ ਰਿਟਾਇਰ ਹੋਏ, ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਇੰਚਾਰਜ ਦੇ ਤੌਰ ਪਰ। ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਸੁਸ਼ੋਭਿਤ ਹੈ ਲਾਇਬ੍ਰੇਰੀ, ਜਿਹੜੀ ਜੂਨ 84 'ਚ ਢਾਤੀ ਫੋਕਤੀ ਲੁੱਟ ਕੇ ਲੈ ਗਏ, ਅੱਧ ਪਚੱਦੀ ਦਿੱਤੀ ਹੈ। ਉਹਦੇ ਉਹ ਇੰਚਾਰਜ ਸੀ। ਉਹਨਾਂ ਨੇ ਵੀ ਮੈਨੂੰ ਇਹਦਾ, ਉਹ ਅਕਸਰ ਲਾਹੌਰ ਆਉਂਦੇ ਜਾਂਦੇ ਰਹਿੰਦੇ ਸੀ। ਉਹਨਾਂ ਨੇ ਮੇਰਾ ਇਹ ਪਹਿਲਾ ਪੋਰਸ਼ਨ ਜਿਹੜਾ ਛਪਿਆ, ਉਹ ਚੂੰਕਿ ਮੇਰੇ ਗੁਆਂਢੀ ਸੀ, ਗੁਆਰੇ ਦੇ ਸੀ, ਉਹਨਾਂ ਨੇ ਮੈਨੂੰ ਕੁਝ ਹਿਦਾਇਤਾਂ ਕੀਤੀਆਂ। ਤਾਂ ਮਤਲਬ ਇਹਦੇ ਵਿਦਵਾਨਾਂ ਤੋਂ ਮੈਂ ਅਖਜ਼ ਕੀਤਾ। ਮੈਨੂੰ ਖੁਸ਼ੀ ਹੈ, ਮੈਨੂੰ ਫਖਰ ਵੀ ਹੈ ਵੀ ਇਹਨਾਂ ਨੇ ਮੈਨੂੰ ਗਾਈਡ ਕੀਤਾ। ਮੈਂ ਉਹਨਾਂ ਦੀ ਰੋਸ਼ਨੀ 'ਚ ਅੱਗੇ ਵਧਿਆ। ਜਿਹੜੀ ਕਹਿ ਸਕਦੇ ਹਾਂ ਵੀ ਕੁਝ ਹਿੰਦੂ ਭਰਾ ਨੇ, ਕੁਝ ਮੁਸਲਮ ਭਰਾ ਨੇ, ਕੁਝ ਸਿੱਖ ਭਰਾ ਨੇ ਤੁਹਾਡੀ ਮਦਦ ਕੀਤੀ ਗੁਰਮੁਖੀ ਲਿਪੀ 'ਚ ਕੁਰਾਨ ਸ਼ਰੀਫ ਲਿਖਣ ਲਈ। ਬਿਲਕੁਲ ਬਿਲਕੁਲ, ਹਾਂ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਸਾਰੇ ਦੋਸਤਾਂ ਦਾ ਮੈਂ ਧੰਨਵਾਦੀ ਹਾਂ, ਮੈਂ ਰਿਣੀ ਹਾਂ। ਇਹਨਾਂ ਨੇ ਮੇਰੀ ਸਹਾਇਤਾ ਕੀਤੀ। ਇਹਨਾਂ ਤੋਂ ਇਲਾਵਾ ਹੋਰ ਵੀ ਦੋਸਤਾਂ ਨੇ। 3 ਬੰਦੇ ਤਾਂ ਮੈਂ ਨਾਂ ਲਏ। ਡਾਕਟਰ ਮੋਹਨ ਸਿੰਘ ਦੀਵਾਨਾ, ਪੰਜਾਬੀ ਦੇ ਪਹਿਲੇ ਜਾਂ ਦੂਜੇ ਸੀ। 1914-15 ਜਿਨ੍ਹਾਂ ਨੇ ਕਲਕੱਤਾ ਯੂਨੀਵਰਸਿਟੀ 'ਚੋਂ PhD ਦੀ ਡਿਗਰੀ ਲਈ। ਜਦੋਂ ਗੁਰਮੁਖੀ ਲਿਪੀ 'ਚ ਲਿਖਣ ਦੀ, ਰਿਸਰਚ ਪੇਪਰ ਲਿਖਣ ਦੀ ਆਗਿਆ ਨਹੀਂ ਹੁੰਦੀ ਸੀ, ਉਹਨਾਂ ਨੇ ਇੰਗਲਿਸ਼ ਕੀਤੀ ਹੈ। ਉਹਨਾਂ ਦਾ ਪੰਜਾਬੀ ਭਵਨ 'ਚ ਇੱਥੇ ਲੁਧਿਆਣੇ ਉਹਨਾਂ ਦੇ ਥੀਸਿਸ ਦਾ ਖਰੜਾ ਮੌਜੂਦ ਹੈ। ਉਹਨਾਂ ਤੋਂ ਫਿਰ ਖਾਲਿਦ ਹੁਸੈਨ ਤੋਂ ADC ਰਿਟਾਇਰ ਹੋਏ ਜੰਮੂ ਕਸ਼ਮੀਰ ਸਰਕਾਰ ਤੋਂ। ਪੰਜਾਬ ਭਾਸ਼ਾ ਵਿਭਾਗ ਨੇ ਉਹਨਾਂ ਨੂੰ ਸ਼੍ਰੋਮਣੀ ਸਾਹਿਤਕਾਰ ਦਾ ਐਵਾਰਡ ਵੀ ਦਿੱਤਾ ਹੈ ਉਹਨਾਂ ਤੋਂ। ਤੇ ਫਿਰ ਤੀਜਾ ਮੈਂ ਕੀ ਨਾਂ ਲਿਆ ਸੀ, ਆਪਣੇ ਸ਼ਮਸ਼ੇਰ ਸਿੰਘ ਅਸ਼ੋਕ ਮੇਰੇ ਗੁਆਂਢੀ ਸੀ। ਇਹ 3 ਬੰਦਿਆਂ ਦੇ ਤਾਂ ਮੈਂ ਅਹਿਸਾਨਮੰਦ ਹਾਂ ਇਹਨਾਂ ਦਾ। ਅੱਛਾ, ਤੁਸੀਂ ਹੁਣ ਇੰਨੀ ਗੱਲ ਰੱਖੀ, ਹੁਣ ਤੁਸੀਂ ਪੰਜਾਬੀ 'ਚ ਜੇ ਲਿਖ ਦਿੱਤੀ ਹੈ, ਨੌਜਵਾਨ ਆਉਂਦੇ ਨੇ, ਜਿਹੜਾ ਪੰਜਾਬੀ ਮੁਸਲਮਾਨ ਹੈ, ਉਹ ਨੌਜਵਾਨ ਪੰਜਾਬੀ ਉਹ ਵੀ ਜਾਣਦਾ। ਤੁਸੀਂ ਹੁਣ ਪੰਜਾਬੀ ਮਾਂ ਬੋਲੀ ਦੀ ਗੱਲ ਕਰਦੇ ਸੀ ਵੀ ਮੇਰੀ ਤਾਂ ਪੰਜਾਬੀ ਮਾਂ ਬੋਲੀ ਹੈ। ਉਹ ਵੀ ਇਸ ਚੀਜ਼ ਨੂੰ ਲੈ ਕੇ ਜਾਂਦੇ ਨੇ ਵੀ ਅਸੀਂ ਪੰਜਾਬੀ 'ਚ ਪੜ੍ਹਨਾ ਚਾਹੁੰਦੇ ਹਾਂ। ਉਰਦੂ ਤਾਂ ਚਲੋ ਮਲੇਰਕੋਟਲਾ ਵਿੱਚ ਹੈਗੀ ਹੈ, ਕਿ ਪੰਜਾਬੀ ਨੂੰ ਵੀ ਨਾਲ ਲੈ ਕੇ ਜੋ ਪੰਜਾਬੀ ਮੁਸਲਮਾਨ ਨੂੰ ਵੀ ਚੱਲਦੇ ਪਏ ਨੇ। ਹਜ਼ੂਰ, ਜਿਹੜੇ ਪੰਜਾਬੀ ਮੁਸਲਮਾਨ ਹੈ, ਇਹਨਾਂ ਦੇ ਜਿਹੜੇ ਇੱਥੇ ਦੇ ਹਨ, ਉਹ ਤਾਂ 100% ਪੰਜਾਬੀ ਹਨ। ਉਹ ਪੰਜਾਬੀ ਮੁਸਲਮਾਨ ਨਹੀਂ ਹਨ, ਉਹ ਪੰਜਾਬੀ ਹੀ ਹਨ। ਉਹਨਾਂ ਦਾ ਖਾਣਾ ਪੀਣਾ, ਸੌਣਾ, ਜਾਗਣਾ, ਹੰਡਾਉਣਾ, ਲਿਖਣਾ, ਪੜ੍ਹਨਾ, ਬੋਲਣਾ, ਹਰ ਚੀਜ਼ ਪੰਜਾਬੀ ਹੈ। ਉਹ ਤਾਂ ਇਹੀ ਪੜ੍ਹਦੇ ਹਨ, ਉਹ ਉਰਦੂ 'ਚ ਨਹੀਂ ਪੜ੍ਹਦੇ ਹਨ। ਔਰ ਮਲੇਰਕੋਟਲੇ 'ਚ ਥੋੜ੍ਹੇ ਬਹੁਤ ਲੋਕੀ ਹਨ ਜਿਹੜੇ ਉਰਦੂ ਵਾਲੇ ਹਨ। ਬਹੁਤ ਗਿਣਤੀ ਘਟ ਰਹੀ ਹੈ, ਹੁਣ ਪੰਜਾਬੀ ਵੱਲ ਨੂੰ ਹੀ ਵੱਧ ਰਹੀ ਹੈ। ਸਾਰੇ ਇਹ ਜਿਹੜੇ ਬਾਹਰਲੇ ਸੂਬਿਆਂ 'ਚੋਂ ਆ ਕੇ ਵਸ ਗਏ ਮੁਸਲਮਾਨ ਭਰਾ, ਉਹ ਜ਼ਰੂਰ ਹਿੰਦੀ ਉਰਦੂ ਵਗੈਰਾ ਉਹਨਾਂ ਦਾ ਬੇਸ ਹੈ, ਉਹ ਪੰਜਾਬੀ ਘੱਟ ਜਾਣਦੇ ਹਨ। ਪੰਜਾਬ ਦੇ ਤਾਂ ਮੁਸਲਮਾਨ ਲਾਹ ਬਾਡੇ 'ਤੇ ਸਾਰੇ ਪੰਜਾਬੀ ਹਨ, ਪਸੰਦ ਕਰਦੇ ਹਨ। ਜਿਹੜਾ ਯੂਥ ਹੈ ਇਹ ਲਿਜਾਂਦਾ ਹੈ। ਹਜ਼ੂਰ, ਤੁਸੀਂ ਹੈਰਾਨ ਹੋਵੋਗੇ, 6 ਐਡੀਸ਼ਨ ਛਾਪ ਚੁੱਕੇ, 7ਵੇਂ ਦੀ ਤਿਆਰੀ ਕਰ ਰਹੇ ਹਾਂ। 98 'ਚ ਪਹਿਲਾ ਐਡੀਸ਼ਨ ਆਇਆ ਔਰ 18 ਜਾਂ 19 'ਚ 6ਵਾਂ ਐਡੀਸ਼ਨ ਆ ਗਿਆ। 7ਵੇਂ ਦੀ ਤਿਆਰੀ ਹੋ ਰਹੀ ਹੈ, ਸਟਾਕ ਖਤਮ ਹੋ ਗਿਆ। ਇੱਕ ਆਖਰੀ ਸਵਾਲ ਹੈ, ਉਰਦੂ ਤੋਂ ਪੰਜਾਬੀ ਵੱਲ ਜਾਣਾ। ਆਪਾਂ ਦੇਖਦੇ ਹਾਂ ਵੀ ਅਕਸਰ ਤੁਸੀਂ ਹੁਣ ਕਹਿੰਦੇ ਵੀ 18 ਸਾਲ ਲਗਾਤੇ, ਘਰ ਦੇ ਵੀ ਜਿਵੇਂ ਹੈਗੇ ਸੀ, ਘਰ ਦੇ ਵੀ ਹੁੰਦੇ ਨੇ, ਕਈ ਫਰਜ਼ ਅਦਾ ਕਰਨੇ ਹੁੰਦੇ ਨੇ, ਉਹ ਵੀ ਹੁੰਦੇ ਨੇ।
ਹੁਣ ਅੱਗੇ ਕੀ, ਅੱਗੇ ਹੁਣ ਕਿਹੜੀ ਚੀਜ਼ਾਂ ਨੂੰ ਤੁਸੀਂ ਉਰਦੂ ਤੋਂ ਪੰਜਾਬੀ ਵਿੱਚ ਲੈ ਕੇ ਜਾ ਰਹੇ ਹੋ ਵੀ ਸੌਖੇ ਭਾਸ਼ਾ ਵਿੱਚ ਜਾਂ ਸੌਖੇ ਤਰੀਕੇ ਨਾਲ ਪਤਾ ਲੱਗੇ ਨੌਜਵਾਨਾਂ ਨੂੰ ਜਾਂ ਲੋਕਾਂ ਨੂੰ ਵੀ ਸਾਡਾ ਇਹ ਵੀ ਇਤਿਹਾਸ ਹੈ ਜੋ ਉਰਦੂ ਵਿੱਚ ਹੈਗਾ, ਹੁਣ ਉਸ ਨੂੰ ਪੰਜਾਬੀ ਵਿੱਚ ਲਿਜਾਣ ਦੀ ਲੋੜ ਹੈ? ਸਾਡੇ ਸਾਹਮਣੇ ਇਸ ਵੇਲੇ ਕੁਰਾਨ ਮਜੀਦ ਜਿਹੜਾ ਇਹ ਪਵਿੱਤਰ ਗ੍ਰੰਥ ਆ ਗਿਆ ਹੈ, ਇਹਦੇ ਨਵੇਂ ਐਡੀਸ਼ਨਾਂ ਵਿੱਚ ਅਸੀਂ ਇਹਨੂੰ ਰਿਵਿਊ ਕਰਕੇ ਇਹਨੂੰ ਹੋਰ ਵਧੀਆ ਢੰਗ ਸਿਰ ਛਪਾਉਣਾ ਚਾਹੁੰਦੇ ਹਾਂ। ਨੰਬਰ 1। ਨੰਬਰ 2, ਅਸੀਂ ਇਹ ਚਾਹੁੰਦੇ ਹਾਂ ਹਜ਼ਰਤ ਮੁਹੰਮਦ ਸਾਹਿਬ ਦੀ ਜੀਵਨੀ ਜਿਹੜੀ ਪਹਿਲਾਂ ਕਿਸੇ ਹੋਰ ਅਦਾਰੇ ਨੇ ਛਾਪੀ ਹੈ, ਅਸੀਂ ਵੀ ਛਾਪੀ ਹੈ। ਹਜ਼ਰਤ ਮੁਹੰਮਦ ਸਾਹਿਬ ਦੀ ਜੀਵਨੀ ਅਸੀਂ 4 ਟਾਈਟਲ ਛਪਾ ਚੁੱਕੇ ਹਾਂ। हज़रत मोहम्मद साहब जीवन ते संदेश एक टाइटल, पैगंबर इस्लाम हज़रत मोहम्मद साहिब दूजा टाइटल, जगत गुरु तीजा टाइटल, प्यारे रसूल चौथा टाइटल। कोई बच्चों लिए छापिया है, कोई संजीदा पढ़न लिखन वालों लिए छापिया है, कोई अपने नॉन मुस्लिम भरावां लिए उन्होंने सामने रख के छापिया है। असी कहने कुछ होर वधिया चीज़ां दूजे इदारिਆਂ ने छापिया हैं। एक चीज़ असी सिलेक्ट की है, असी उन्होंने पहल दे रहे हैं। इस ते बाद असी उन्होंने पंजाबी च लियाउण दी वधिया ढंग सिर छापण दी। फिर ये असी जिहड़ा कुरान मजीद छापिया है ਇਹਦੇ 'ਚ अनुवाद है। पहला टैक्सट है ਇਹਦਾ ਜਿਹੜਾ मूल पाठ है अरबी च है, मत्थे पर लाया, ਉਹਦੇ ਹੇਠਾਂ ਅਸੀਂ ਇਹਦਾ अनुवाद ਦਿੱਤਾ है, ਉਲੱਥਾ ਦਿੱਤਾ है, ਉਹ ਜ਼ਾਹਰ ਹੈ ਉਲੱਥਾ ਜਿਵੇਂ ਵੀ ਹੈ। ਉਹਦੇ ਹੇਠਾਂ ਅਸੀਂ ਟਿੱਪਣੀਆਂ ਦਿੱਤੀਆਂ ਹਨ, ਫੁੱਟ ਨੋਟ ਦਿੱਤੇ ਹਨ। ਅਸੀਂ ਕਹਿੰਦੇ ਹਾਂ ਇਹਨੂੰ ਪੂਰੇ ਤੌਰ ਪਰ ਡਿਫਾਈਨ ਕਰਨ ਲਈ ਅਸੀਂ ਇਹਨੂੰ ਹੋਰ ਇਹਦਾ ਵੋਲਿਊਮ ਹੋਰ ਵਧਾਈਏ। ਇੱਕ ਭਾਸ਼ ਮਿਲਦਾ ਹੈ ਉਰਦੂ 'ਚ, ਟੀਕਾ ਹੈ ਬਹੁਤ ਵਧੀਆ, ਦੁਨੀਆ 'ਚ ਮੰਨਿਆ ਗਿਆ ਹੈ, ਸ਼ਾਇਦ 40-42 ਭਾਸ਼ਾਵਾਂ 'ਚੋਂ ਛਪ ਚੁੱਕਿਆ ਹੈ। ਸਾਡੇ ਇੱਥੇ ਭਾਰਤੀ ਭਾਸ਼ਾਵਾਂ 'ਚ 16-17 ਭਾਸ਼ਾਵਾਂ 'ਚ ਛਪ ਚੁੱਕਿਆ। ਅਸੀਂ ਕਹਿੰਦੇ ਪੰਜਾਬੀ 'ਚ ਉਹਨੂੰ ਲੈ ਕੇ ਆਈਏ। ਇਹ ਤੋਂ ਬਾਅਦ ਸਾਡਾ ਉਹਦਾ ਨੰਬਰ ਹੈ ਤਫਹੀਮੁਲ ਕੁਰਾਨ, ਉਹਦਾ ਨਾਂ ਹੈ। ਹਾਂਜੀ, ਉਹ ਲਿਆਉਣਾ। ਤੀਸਰਾ ਦੀ ਗੱਲ ਬਸ ਸੁਣੀ ਹੈ, ਅਲੱਗ-ਅਲੱਗ ਤਰੀਕੇ ਦੇ ਨਾਲ ਪੰਜਾਬੀ ਭਾਸ਼ਾ ਦੀ ਜੇ ਗੱਲ ਕਰਦੀ ਹੈ, ਪੰਜਾਬੀ ਭਾਸ਼ਾ ਇੱਕ ਉਹ ਭਾਸ਼ਾ ਹੈ ਜੋ ਪੰਜਾਬ ਦੇ ਵਿੱਚ ਰਹਿ ਕੇ ਜਿਹਨੂੰ ਪੰਜਾਬੀ ਨਹੀਂ ਬੋਲਣੀ ਆਈ ਤਾਂ ਫਿਰ ਉਹ ਕਹਿੰਦੇ ਉਸ ਨੂੰ ਕੁਛ ਹੀ ਨਹੀਂ ਆਇਆ। ਪੰਜਾਬੀ ਮਾਂ ਬੋਲੀ ਨੂੰ ਸੰਭਾਲ ਕੇ ਰੱਖੋ। ਹੁਣ ਜਿਸ ਤਰੀਕੇ ਨਾਲ ਕੁਰਾਨ ਸ਼ਰੀਫ ਇਹਨਾਂ ਨੇ ਉਰਦੂ ਤੋਂ ਪੰਜਾਬੀ ਵਿੱਚ ਕੀਤੀ ਹੈ, ਹੁਣ ਹੋਰ ਵੀ ਕਹਿੰਦੇ ਨੇ ਵੀ ਤਿਆਰੀ ਕਰਦੇ ਨੇ ਜਾਂ ਹੋਰ ਵੀ ਸੋਚਣਗੇ ਜਾ ਕੇ ਵੀ ਕਿਹੜੀ ਚੀਜ਼ ਜੋ ਉਰਦੂ ਵਿੱਚ ਮੌਜੂਦ ਹੈ ਪੰਜਾਬੀ ਵਿੱਚ ਉਸ ਦਾ ਅਨੁਵਾਦ ਨਹੀਂ ਹੋਇਆ ਉਹ ਕਰਨਗੇ। ਹਰ ਇੱਕ ਵਿਅਕਤੀ ਆ ਕੇ ਮੰਗਦਾ, ਸਭ ਦਾ ਅਲੱਗ-ਅਲੱਗ ਇਤਿਹਾਸ ਹੈ, ਪਰ ਪੰਜਾਬ ਦੇ ਵਿੱਚ ਰਹਿ ਕੇ ਧਰਮ ਕੋਈ ਵੀ ਹੈ, ਧਰਮ ਕਿਸੇ ਦਾ ਕੋਈ ਵੀ ਹੈ, ਕਿਸੇ ਦੀ ਕੋਈ ਵੀ ਜਾਤ ਹੈ, ਪਰ ਪੰਜਾਬ ਦੇ ਵਿੱਚ ਰਹਿ ਕੇ ਪੰਜਾਬੀ ਮਾਂ ਬੋਲੀ ਤਾਂ ਆਉਣੀ ਚਾਹੀਦੀ ਹੈ। ਚਾਹੇ ਕੋਈ ਬੱਚਾ, ਚਾਹੇ ਕੋਈ ਬਜ਼ੁਰਗ ਹੈ, ਪੜ੍ਹਨੀ ਵੀ ਆਉਣੀ ਚਾਹੀਦੀ ਹੈ ਅਤੇ ਲਿਖਣੀ ਵੀ ਆਉਣੀ ਚਾਹੀਦੀ ਹੈ। ਤੁਸੀਂ ਕੋਈ ਵੀ ਭਾਸ਼ਾ ਚੁਣ ਸਕਦੇ ਹੋ, ਤੁਹਾਡੀ ਮਰਜ਼ੀ ਆਪਣੀ ਹੈ, ਉਰਦੂ ਚੁਣੋ, ਇੰਗਲਿਸ਼ ਚੁਣੋ, ਹਿੰਦੀ ਚੁਣੋ, ਪਰ ਪੰਜਾਬੀ ਮਾਂ ਬੋਲੀ ਨੂੰ ਪੰਜਾਬ ਵਿੱਚ ਰਹਿ ਕੇ ਕਮ ਸੇ ਕਮ ਤਾਂ ਜ਼ਰੂਰ ਬੋਲਣਾ ਚਾਹੀਦਾ ਅਤੇ ਲਿਖਣਾ ਚਾਹੀਦਾ, ਕਿਉਂਕਿ ਇਹ ਸਾਡੀ ਪੰਜਾਬੀ ਮਾਂ ਬੋਲੀ ਹੈ। ਇਤਿਹਾਸ ਵੀ ਸਾਡੇ ਪੰਜਾਬੀ ਮਾਂ ਬੋਲੀ ਵਿੱਚ ਕਈ ਲਿਖੇ ਹੋਏ ਨੇ। ਇਸ ਤੋਂ ਟੁੱਟੋ ਨਾ, ਆਪਣੇ ਬੱਚਿਆਂ ਨੂੰ ਵੀ ਨਾ ਤੋੜੋ। ਹੁਣ ਉਰਦੂ ਵੀ ਜਾਣਦੇ ਨੇ, 5 ਭਾਸ਼ਾਵਾਂ ਦਾ ਇਹਨਾਂ ਨੂੰ ਗਿਆਨ ਹੈਗਾ, ਪਰ ਲਿਖਿਆ ਇਹਨਾਂ ਨੇ ਪੰਜਾਬੀ ਦੇ ਵਿੱਚ ਹੈ ਕੁਰਾਨ ਸ਼ਰੀਫ। ਉਰਦੂ 'ਚ ਤਾਂ ਪਹਿਲਾਂ ਵੀ ਹੈਗਾ ਸੀ। ਅਤੇ ਮਲੇਰਕੋਟਲੇ ਦੇ ਬੱਚੇ ਵੀ ਜਿਹੜੇ ਨੇ ਖੁਦ ਲੈ ਕੇ ਜਾਂਦੇ ਨੇ ਨੌਜਵਾਨ ਵੀ ਸਾਨੂੰ ਪੰਜਾਬੀ ਭਾਸ਼ਾ ਦੀ ਕੁਰਾਨ ਸ਼ਰੀਫ ਤੋਂ ਅਸੀਂ ਪੜ੍ਹਨਾ ਚਾਹੁੰਦੇ ਹਾਂ। ਉਰਦੂ ਤਾਂ ਆਉਂਦੀ ਹੈ ਪਰ ਪੰਜਾਬੀ ਵੀ ਪੜ੍ਹਨਾ ਚਾਹੁੰਦੇ ਨੇ। ਇਹ ਇੱਕ ਪੰਜਾਬ ਦੀ ਵਿਲੱਖਣਾ, ਇਹੀ ਵਿਲੱਖਤਾ ਕਹਿ ਸਕਦੇ ਹਾਂ ਵੀ ਅਲੱਗ-ਅਲੱਗ ਸੂਬਿਆਂ ਦੇ ਵਿੱਚ ਅਲੱਗ-ਅਲੱਗ ਤਰੀਕੇ ਦੇ ਨਾਲ ਲੋਕ ਹਰ ਇੱਕ ਬੋਲੀ ਨਾਲ ਪਿਆਰ ਕਰਦੇ ਨੇ, ਪਰ ਪੰਜਾਬ ਦੇ ਵਿੱਚ ਰਹਿ ਕੇ ਪੰਜਾਬੀ ਮਾਂ ਬੋਲੀ ਨੂੰ ਨਾ ਵਸਾ ਦਿਓ। ਪੰਜਾਬ ਨਿਊਜ਼ ਨਾਲ ਜੁੜੇ ਰਹਿਣਾ, ਪੇਜ ਨੂੰ ਲਾਈਕ ਕਰਨਾ, ਵੀਡੀਓ ਸ਼ੇਅਰ ਕਰ ਦੇਣਾ ਤਾਂ ਕਿ ਦੂਜੇ ਤੱਕ ਜਾਣਕਾਰੀ ਪਹੁੰਚ ਸਕੇ।